Good evening. You are watching Punjab Today. Welcome to Insights with Vishal Sood. Welcome sir. थैंक यू अमन। ਸਰ ਬੀਤੇ ਦਿਨਾਂ ਦੇ ਵਿੱਚ ਕਿੰਨਾ ਕੁਝ ਹੋਇਆ। ਕਿਸਾਨਾਂ ਨੇ ਪ੍ਰੋਟੈਸਟ ਵੀ ਕੀਤਾ, ਉਹ ਪ੍ਰੋਟੈਸਟ ਖਤਮ ਵੀ ਹੋ ਗਿਆ ਤੇ ਸਰਕਾਰ ਨੇ ਵੀ 13 ਦੇ ਵਿੱਚੋਂ 12 ਮੰਗਾਂ ਮੰਨੀਆਂ ਉਹਨਾਂ ਦੀਆਂ ਤੇ ਉਹਨਾਂ 12 ਦੇ ਵਿੱਚੋਂ ਜਿਹੜੀਆਂ ਸੀਗੀਆਂ ਸੀਡ ਫਾਰਮਿੰਗ ਡਾਇਰੈਕਟ ਸੀਡ ਫਾਰਮਿੰਗ ਦੀ ਜਿਹੜੀ ਗੱਲ ਸੀਗੀ, ਸਿੱਧੀ ਬਿਜਾਈ ਦੀ ਗੱਲ ਸੀ, ਉਹਦੇ ਤੇ ਸਰਕਾਰ ਅੜੀ ਰਹੀ। ਉਹਨਾਂ ਨੇ ਸਰਕਾਰ ਨੇ ਉਸ ਮੀਟਿੰਗ ਤੋਂ ਬਾਅਦ ਵੀ ਕਿਹਾ ਕਿ ਤੁਸੀਂ ਡਾਇਰੈਕਟ ਜਿਹੜੀ ਸੀਡਿੰਗ ਹੈ ਉਹਨੂੰ ਤਰਜੀਹ ਦਿਓ। ਮੈਂ ਗਵਰਨਮੈਂਟ ਨੂੰ ਕੰਗ੍ਰੈਚੁਲੇਟ ਕਰੂੰਗਾ ਕਿ ਇੱਕ ਵਧੀਆ ਤੇ ਫਾਰਮਰ ਯੂਨੀਅਨਸ ਨੂੰ ਮੈਂ ਕੰਗ੍ਰੈਚੁਲੇਟ ਕਰੂੰਗਾ ਕਿ ਉਹਨਾਂ ਨੇ ਆਪਸ ਵਿੱਚ ਬਹਿ ਕੇ ਇੱਕ ਸਹਿਮਤੀ ਬਣਾ ਲਈ ਜੀ। ਠੀਕ ਹੈ, ਤੇ ਜਿਹੜੀ ਮੰਗਣ ਵਾਲੀ ਸੀ ਉਹ ਗਵਰਨਮੈਂਟ ਨੇ ਵੀ ਮੰਨੀ, ਇਹਦਾ ਜਲਦੀ ਰੈਜ਼ੋਲੂਸ਼ਨ ਕੀਤਾ ਗਿਆ। ਅਦਰਵਾਈਜ਼ ਇਹ ਚੀਜ਼ ਇਟ ਵੁੱਡ ਹੈਵ ਨਾਟ ਗਿਵਨ ਅ ਗੁੱਡ ਇੰਪ੍ਰੈਸ਼ਨ, ਪੰਜਾਬ ਦਾ ਇੱਕ ਵਧੀਆ ਇੰਪ੍ਰੈਸ਼ਨ ਨਾ ਜਾਂਦਾ। ਤੇ ਬੇਸਿਕਲੀ ਹੁਣ ਵੇਖੋ ਜਿਹੜਾ ਵਾਟਰ ਹੈ ਉਹਦੀ ਸਕੈਰਸਿਟੀ ਤੋਂ ਇੱਕ ਅਲਾਰਮਿੰਗ ਰੇਟ ਤੇ ਪਹੁੰਚੀ ਹੈ ਜੀ। ਅਸੀਂ ਕਾਈਂਡ ਆਫ ਰੈੱਡ ਜ਼ੋਨ 'ਚ ਹੈਗੇ ਹਾਂ ਜੀ। ਬਿਲਕੁਲ। ਤੇ ਜੇ ਤੁਸੀਂ ਰੈੱਡ ਜ਼ੋਨ 'ਚ ਉਸ ਚੀਜ਼ ਦੇ ਉੱਤੇ ਕੋਈ ਕੰਪਰੋਮਾਈਜ਼ ਹੋ ਹੀ ਨਹੀਂ ਸਕਦਾ ਤੇ ਤੁਹਾਨੂੰ ਗਵਰਨਮੈਂਟ ਦਾ ਡਿਊਟੀ ਬਣਦੀ ਹੈ। ਤੇ ਅਗੇਨ ਮੈਂ ਹਮੇਸ਼ਾ ਕਹਿੰਦਾ ਫਾਰਮਰ ਯੂਨੀਅਨਸ ਦਾ ਮਤਲਬ ਇਹ ਨਹੀਂ ਹੈ ਕਿ ਫਾਰਮਰਸ ਲਈ ਜਿਹੜੀ ਵੀ ਚੀਜ਼ ਸਖਤੀ ਨਾਲ ਕਰਨੀ ਪੈ ਰਹੀ ਹੈ ਉਹਨਾਂ ਲਈ ਗਲਤ ਹੈ ਜੀ। ਜੇ ਲੈਟਸ ਸੇ ਅੱਜ ਪਾਣੀ ਨੂੰ ਸੇਵ ਕਰਨਾ, ਡਾਇਰੈਕਟ ਸੋਇੰਗ ਕਰਕੇ ਤੁਹਾਨੂੰ ਇਨਸੈਂਟਿਵ ਮਿਲਦਾ ਹੈ, ਕੋਈ ਵੀ ਚੇਂਜ ਥੋੜੀ ਜਿਹੀ ਮੁਸ਼ਕਿਲ ਹੁੰਦੀ ਹੈ ਜੀ। ਪਰ ਤੁਸੀਂ ਲੌਂਗ ਟਰਮ ਅਗਲੀ ਜਨਰੇਸ਼ਨਸ ਦਾ ਵੀ ਤਾਂ ਵੇਖਣਾ, ਤੁਸੀਂ ਆਪਣੀ ਜ਼ਮੀਨ ਦੀ ਸਿਚੁਏਸ਼ਨ ਵੀ ਤੇ ਵੇਖਣੀ ਹੈ, ਤੁਸੀਂ ਪਾਣੀ ਦੀ ਸਿਚੁਏਸ਼ਨ ਵੀ ਤੇ ਵੇਖਣੀ ਹੈ। ਕਿੰਨੀ ਦੇਰ ਤੱਕ ਤੁਸੀਂ ਜ਼ਮੀਨ 'ਚ, ਇਟਸ ਨਾਟ ਐਨ ਐਂਡਲੈਸ ਕਮੋਡਿਟੀ ਜੀ। ਜ਼ਮੀਨਾਂ ਦਾ ਪਾਣੀ ਬਹੁਤ ਥੱਲੇ ਚਲਾ ਗਿਆ ਹੈ ਤੇ ਜੇ ਹੁਣ ਐਕਸ਼ਨ ਨਾ ਲਿੱਤਾ ਗਿਆ ਬਹੁਤ ਲੇਟ ਹੋ ਜਾਏਗਾ। ਤੇ ਮੈਨੂੰ ਲੱਗਦਾ ਹੈ ਕਿ ਗਵਰਨਮੈਂਟ ਨੇ ਬਹੁਤ ਵਧੀਆ ਨੈਗੋਸ਼ੀਏਟ ਕੀਤਾ ਹੈ। ਇਹ ਜਿਹੜਾ ਇੱਕ ਚੀਜ਼ ਸੀ ਕਿ ਪਾਣੀ ਦੀ ਜਿਹੜੀ ਹੁਣ ਬਚਤ ਕਰਨੀ ਹੈ, ਐਫ ਪਾਣੀ ਹਰ ਜਗ੍ਹਾ ਯੂਜ਼ ਹੋਣਾ ਹੈ। ਐਫ ਬਾਕੀ ਭਾਵੇਂ ਇੰਡਸਟਰੀ ਹੈ, ਭਾਵੇਂ ਡੋਮੈਸਟਿਕ ਯੂਜ਼ ਹੈ, ਹਰ ਇੱਕ ਪਰਪਸ ਲਈ ਐਫ ਪਾਣੀ ਯੂਜ਼ ਹੋਣਾ ਹੈ। ਤੇ ਇਹਦੀ ਜਿਹੜਾ ਖੇਤੀ ਦੀ ਜਿਹੜੀ ਕੰਜ਼ੰਪਸ਼ਨ ਹੈ ਬਹੁਤ ਜ਼ਿਆਦਾ ਹੈ ਤੇ ਉਹਦੇ ਜੇ ਆਪਾਂ ਸੇਵਿੰਗ ਕਰਦੇ ਹਾਂ ਉਹਦਾ ਬਹੁਤ ਬੈਨੀਫਿਟ ਹੋਏਗਾ। ਹਰ ਥਾਂ ਤੇ ਸੇਵਿੰਗ ਕਰਨੀ ਚਾਹੀਦੀ ਹੈ। ਤੇ ਮੈਨੂੰ ਲੱਗਦਾ ਹੈ ਕਿ ਇਟਸ ਗੁੱਡ ਥਿੰਗ ਕਿ ਬਈ ਇੱਕ ਆਪਸ 'ਚ ਬਾਤਚੀਤ ਨਾਲ ਰੈਜ਼ੋਲੂਸ਼ਨ ਹੋ ਗਿਆ ਇਸ ਪ੍ਰੋਬਲਮ ਦਾ। ਤੇ ਫਿਊਚਰ 'ਚ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਤੇ ਗਵਰਨਮੈਂਟ ਜੇ ਆਪਸ 'ਚ ਮਿਲ ਕੇ ਤੇ ਪ੍ਰੋਗਰੈਸਿਵ ਤਰੀਕੇ ਨਾਲ ਦੇਖੋ, ਇਮੀਡੀਏਟ ਬੈਨੀਫਿਟ ਬਾਰੇ ਸੋਚੋਗੇ ਤਾਂ ਤੁਸੀਂ ਆਪਣੇ ਕਿਸਾਨਾਂ ਨੂੰ ਵੀ ਚੰਗੀ ਤਰ੍ਹਾਂ ਰਿਪਰੈਜ਼ੈਂਟ ਨਹੀਂ ਕਰਦੇ। ਤੁਸੀਂ ਇਹ ਵੇਖਣਾ ਕਿ ਖੇਤੀ ਦਾ ਫਿਊਚਰ ਕੀ ਆ। ਅੱਜ ਜਿਹੜੀਆਂ ਕੰਟਰੀਜ਼ ਜਿਹੜੀਆਂ ਖੇਤੀ ਦੇ ਵਿੱਚ ਰੋਲ ਮਾਡਲ ਨੇ, ਜਿਵੇਂ ਇਜ਼ਰਾਈਲ ਵਗੈਰਾ, ਉਹ ਕਿਵੇਂ ਖੇਤੀ ਕਰਦੀਆਂ ਪਈਆਂ। ਅਸੀਂ ਆਪਣੇ ਕਿਸਾਨਾਂ ਨੂੰ ਉਹ ਓਪਰਚੁਨਿਟੀਜ਼ ਦਈਏ। ਅੱਜ ਥੋੜੀ ਜਿਹੀ ਚੀਜ਼ ਸਿੱਖਣੀ ਪਏਗੀ, ਥੋੜਾ ਜਿਹਾ ਆਪਣੇ ਆਪ ਨੂੰ ਡਿਸਿਪਲਿਨ ਕਰਨਾ ਪਏਗਾ, ਬਟ ਇਹਦੇ ਬੈਨੀਫਿਟ ਬੜੇ ਨੇ ਪ੍ਰੋਡਕਟੀਵਿਟੀ ਵਿੱਚ। ਆਪਾਂ ਕ੍ਰੌਪ ਡਿਵਰਸੀਫਿਕੇਸ਼ਨ ਦੀ ਗੱਲ ਕਰੀਏ, MSP ਦੋ ਚੀਜ਼ਾਂ ਦੇ ਕਿ ਉਹ ਹਰ ਚੀਜ਼ ਤੇ ਗਵਰਨਮੈਂਟ ਦੇਵੇ, ਉਹਦੇ ਨਾਲ ਬੈਨੀਫਿਟ ਰਹੇਗਾ। ਫਿਰ ਹਰ ਕਿਸੇ ਨੂੰ ਪਤਾ ਮੈਂ ਕੋਈ ਵੀ ਫਸਲ ਉਗਾਵਾਂ। ਫਿਰ ਇਸ ਵੇਲੇ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਗਵਰਨਮੈਂਟ ਕਿਸਾਨਾਂ ਦੀ ਐਜੂਕੇਸ਼ਨ ਤੇ ਫੋਕਸ ਕਰੇ, ਉਹਨਾਂ ਨੂੰ ਨਵੀਂ ਟੈਕਨੋਲੋਜੀ ਸਿਖਾਵੇ। ਇਹ ਇੱਕ ਇੰਪੋਰਟੈਂਟ ਚੀਜ਼ ਹੈ। ਜਿਹੜਾ ਅਵੇਅਰ ਕਿਸਾਨ ਹੋਏਗਾ ਨਾ ਜੀ, ਉਹ ਜ਼ਮੀਨ ਬਾਰੇ ਵੀ ਅਵੇਅਰ ਹੋਏਗਾ, ਉਹ ਆਪਣੇ ਹੱਕਾਂ ਬਾਰੇ ਵੀ ਅਵੇਅਰ ਹੋਏਗਾ, ਉਹ ਨਵੀਂ ਟੈਕਨੋਲੋਜੀ ਬਾਰੇ ਵੀ ਅਵੇਅਰ ਹੋਏਗਾ। ਤੇ ਮੈਨੂੰ ਲੱਗਦਾ ਕਿ ਇਸ ਵੇਲੇ ਕਿਸਾਨਾਂ ਨੂੰ ਜਿਹੜੀ ਟ੍ਰੇਨਿੰਗ ਦੇਣਾ ਉਹ ਗਵਰਨਮੈਂਟ ਦਾ ਇੱਕ ਮੇਜਰ ਫੋਕਸ ਹੋਣਾ ਚਾਹੀਦਾ ਜੀ। ਲੁਧਿਆਣਾ ਦੀ ਐਗਰੀਕਲਚਰ ਯੂਨੀਵਰਸਿਟੀ 'ਚ 2010 'ਚ ਇਹ ਸਿੱਧੀ ਬਿਜਾਈ ਦੀ ਜੋ ਟੈਕਨੀਕ ਉਹਨਾਂ ਨੇ ਇਜਾਦ ਕੀਤੀ ਸੀ, ਉਹਨਾਂ ਨੇ ਦੱਸਿਆ ਕਿ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਤੇ ਸਾਡੇ ਫਾਰਮਰਸ ਨੇ 2020 ਤੇ 21 ਦੇ ਵਿੱਚ ਉਹਨੂੰ ਅਪਣਾਇਆ ਕਿਉਂਕਿ ਉਦੋਂ ਲੇਬਰ ਸਾਡੇ ਕੋਲ ਹੈ ਨਹੀਂ ਸੀ ਕੋਵਿਡ ਦੇ ਕਰਕੇ। ਤੇ ਉਹ ਐਜੂਕੇਸ਼ਨ ਦਾ ਤੇ ਤਾਲਮੇਲ ਦਾ ਕਿਤੇ ਕਮੀ ਤਾਂ ਨਜ਼ਰ ਆਉਂਦੀ ਹੈ। ਬਿਲਕੁਲ। ਹੁਣ ਵੇਖੋ ਜਿਹੜਾ ਲਾਸਟ ਸੈਂਟਰਲ ਬਜਟ ਆਇਆ ਉਹਦੇ 'ਚ ਵੀ ਜਿਹੜੀ ਨੈਚੁਰਲ ਫਾਰਮਿੰਗ, ਆਰਗੈਨਿਕ ਫਾਰਮਿੰਗ, ਇਹਨਾਂ ਸਾਰੀਆਂ ਚੀਜ਼ਾਂ ਉੱਤੇ ਤੇ ਨਾਲੇ ਹੁਣ ਜਿਹੜੇ ਸਾਡੇ ਐਗਰੀਕਲਚਰ ਯੂਨੀਵਰਸਿਟੀਜ਼ ਨੇ ਉਹਨਾਂ ਦੇ ਸਿਲੇਬਸ ਨੂੰ ਵੀ ਰਿਵੈਂਪ ਕਰਨ ਦੀ ਲੋੜ ਹੈ। ਐਗਰੀਕਲਚਰ ਯੂਨੀਵਰਸਿਟੀਆਂ ਨੇ ਗ੍ਰੀਨ ਰੈਵੋਲੂਸ਼ਨ 'ਚ ਇੱਕ ਬਹੁਤ ਵਧੀਆ ਰੋਲ ਨਿਭਾਇਆ, ਬਟ ਹੁਣ ਉਹ ਜਿਹੜਾ ਕੋਈ ਚੀਜ਼ ਜਦ ਤੁਸੀਂ ਅੱਤ ਵਿੱਚ ਕਰ ਦਿੰਦੇ ਉਹਦੇ ਫਿਰ ਐਂਡ 'ਚ ਤੁਹਾਨੂੰ ਨੁਕਸਾਨ ਹੋਣਾ ਪੈਂਦਾ ਹੈ। ਹੁਣ ਉਹ ਜ਼ਮੀਨਾਂ 'ਚ ਐਗਰੀਕਲਚਰ ਦੀ ਕੁਆਲਿਟੀ ਦੇ ਵਿੱਚ, ਜਿਹੜੇ ਲੈਂਡ ਦੀ ਕੁਆਲਿਟੀ 'ਚ ਅਸਰ ਆਉਣਾ ਸ਼ੁਰੂ ਹੋ ਗਿਆ। ਤੇ ਮੈਨੂੰ ਲੱਗਦਾ ਵੀ ਹੈਵ ਟੂ ਲੁੱਕ ਐਟ ਨੈਚੁਰਲ ਫਾਰਮਿੰਗ, ਡਿਵਰਸੀਫਾਈਡ ਫਾਰਮਿੰਗ। ਇਹ ਸਾਰੀਆਂ ਚੀਜ਼ਾਂ ਨੂੰ ਹੁਣ ਸਮਝਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਹਾਈ ਵੈਲਿਊ ਕ੍ਰੌਪ ਕਿਉਂ ਨਹੀਂ ਪ੍ਰੋਡਿਊਸ ਕੀਤੀ ਜਾ ਸਕਦੀ। ਅਸੀਂ ਜਿਹੜੀ ਜੇ ਆਟਾ 50 ਰੁਪਏ ਕਿਲੋ ਆਫਕੋਰਸ ਬੇਸਿਕ ਨੈਸੈਸਿਟੀ ਆ, ਤੇ ਕਿਸਾਨ ਕਿਉਂ ਨਹੀਂ ਮਸ਼ਰੂਮ ਬਣਾ ਸਕਦਾ ਜਿਹੜੀ 2000 ਰੁਪਏ ਕਿਲੋ ਜਾ ਸਕਦੀ, ਰਾਈਟ। ਉਸ ਤੋਂ ਇਲਾਵਾ ਅੱਜ ਖੇਤੀ ਕਰਨ ਦੇ ਤਰੀਕੇ ਬਦਲ ਗਏ ਨੇ। ਹੁਣ ਬਿਨਾਂ ਲੈਂਡ ਦੇ ਵੀ ਖੇਤੀ ਹੋ ਸਕਦੀ ਹੈ। ਤੁਸੀਂ ਮਲਟੀਪਲ ਲੇਅਰਸ 'ਚ ਖੇਤੀ ਕਰ ਸਕਦੇ ਹੋ, ਇਨਡੋਰ ਖੇਤੀ ਕਰ ਸਕਦੇ ਹੋ। ਇਸ ਤਰ੍ਹਾਂ ਬੜੀਆਂ ਟੈਕਨੋਲੋਜੀਜ਼ ਆ ਗਈਆਂ ਜਿਹਦੀ ਅਵੇਅਰਨੈਸ ਅਸੀਂ ਜੇ ਆਪਣੇ ਨੌਜਵਾਨ ਕਿਸਾਨਾਂ ਨੂੰ ਦਿੱਤੀ ਜਾਵੇ ਤੇ ਉਹ ਆਪਣੀ ਇਨਕਮ ਪਰ ਏਕੜ ਬਹੁਤ ਵਧਾ ਸਕਦੇ ਨੇ। ਬਿਲਕੁਲ। ਫਿਰ ਲੀਕੇਜਸ, ਜਿਹੜੀ ਸਟੋਰੇਜ ਵਿੱਚ ਲਾਸਿਸ ਹੁੰਦੇ ਨੇ। ਹੁਣ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਕਣਕ ਦੀ ਕਮੀ ਹੈ, ਖਾਣ ਦੇ ਚੀਜ਼ਾਂ ਦੀ ਕਮੀ ਹੈ। ਯੂਕਰੇਨ ਰਸ਼ੀਆ ਕ੍ਰਾਈਸਿਸ ਦੇ ਕਾਰਨ ਮਹਿੰਗਾਈ ਪੂਰੀ ਦੁਨੀਆ 'ਚ ਵੱਧਦੀ ਪਈ ਹੈ ਤੇ ਇਸ ਵੇਲੇ ਇੱਕ ਦਾਣੇ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ। ਬਿਲਕੁਲ ਸਰ। ਕਿਸਾਨਾਂ ਦੀ ਮੀਟਿੰਗ ਤਾਂ ਹੋਈ, ਜੋ ਨੈਗੋਸੀਏਸ਼ਨ ਹੋਈ ਉਹਦੇ ਨਾਲ ਇੱਕ ਕੈਬਨਿਟ ਮੀਟਿੰਗ ਵੀ ਹੋਈ। ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਰਿਟਾਇਰਡ EMPLOYEES ਹੈ ਜਿਹੜੇ ਪਟਵਾਰੀ ਤੇ ਕਾਨੂੰਗੋ ਹੈ, ਉਹਨਾਂ ਨੂੰ ਦੁਬਾਰਾ ਉਸੇ ਪੋਜੀਸ਼ਨ ਤੇ ਲਗਾਇਆ ਜਾਵੇ, ਕੰਟਰੈਕਟ ਬੇਸਿਸ ਤੇ ਲਗਾਇਆ ਜਾਵੇ। ਕਿੰਨਾ ਕੁ ਵਾਜਬ ਹੈ ਸਰ? ਦੇਖੋ, ਜੇ
ਕੋਈ ਵੀ ਪਟਵਾਰੀ ਜੇ ਹੜਤਾਲ ਤੇ ਗਏ ਨੇ, ਲੋਕਾਂ ਦੇ ਕੰਮ ਤੇ ਚੱਲਣੇ ਨੇ, ਰਾਈਟ? ਇਟਸ ਅ ਮੇਕ ਗੈਪ ਸੋਲੂਸ਼ਨ। ਗਵਰਨਮੈਂਟ ਇਨੋਵੇਟਿਵਲੀ ਸੋਚ ਲਈ ਹੈ। ਜੇ ਤੁਸੀਂ ਡਿਸਕਸ਼ਨ ਕਰਨੀ ਹੈ, ਤੁਸੀਂ ਇੱਕ ਆਪਣੀ ਕਮੇਟੀ ਬਣਾਓ ਤੇ ਡਿਸਕਸ਼ਨ ਕਰੋ। ਜੇ ਤੁਸੀਂ ਕੰਮ ਹੀ ਬੰਦ ਕਰ ਦੋਗੇ, ਤੁਸੀਂ ਸਟੇਟ ਚਲਾਣੀ ਥੋੜਾ ਗਵਰਨਮੈਂਟ ਬੰਦ ਕਰ ਦੇਗੀ। ਮੈਨੂੰ ਲੱਗਦਾ ਗਵਰਨਮੈਂਟ ਨੇ ਇੱਕ ਬੜੀ ਵਧੀਆ ਇਨੀਸ਼ੀਏਟਿਵ ਲਿੱਤਾ ਤੇ ਜਨਤਾ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਜੀ, ਠੀਕ ਹੈ ਨਾ? ਤੁਹਾਨੂੰ ਕਮੀ ਕੀ ਹੈ ਨਾ? ਤੁਸੀਂ ਇਮਾਨਦਾਰੀ ਨਾਲ, ਮਿਹਨਤ ਨਾਲ ਆਪਣਾ ਕੰਮ ਕਰੋ। ਕੋਈ ਜੇ ਪ੍ਰੋਬਲਮ ਹੈ ਜਾਂ ਪੇ ਗ੍ਰੇਡ ਦੀ ਪ੍ਰੋਬਲਮ ਹੈ ਜਾਂ ਕੋਈ ਅਦਰ ਫੈਸਿਲਿਟੀਜ਼ ਦੀ ਪ੍ਰੋਬਲਮ ਹੈ, ਉਹ ਡਿਸਕਸ਼ਨ ਦਾ ਪਾਰਟ ਹੋਣੀ ਚਾਹੀਦੀ ਹੈ। ਤੁਸੀਂ ਗਵਰਨਮੈਂਟ ਨੂੰ ਟਾਈਮ ਦਿਓ। ਇੱਕ ਨਵੀਂ ਗਵਰਨਮੈਂਟ ਆਈ ਹੈ, ਟਰਾਈ ਟੂ ਅੰਡਰਸਟੈਂਡ ਇਟਸ ਅ ਨਿਊ ਗਵਰਨਮੈਂਟ, ਜੇ ਸਿਰਫ 2 ਮਹੀਨੇ ਹੋਏ ਨੇ। ਹੁਣ ਤੁਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਜਾਂ ਤਾਂ ਤੁਸੀਂ ਮੇਰੀ ਅੱਜ ਹੀ ਗੱਲ ਮੰਨੋ, ਨਹੀਂ ਤਾਂ ਮੈਂ ਕੰਮ ਰੋਕ ਦਾਂਗੇ, ਕਿਉਂਕਿ ਉਹ ਵੀ ਸਮਝਦੇ ਨੇ ਕਿ ਜੇ ਕੰਮ ਰੁਕ ਗਿਆ ਤਾਂ ਗਵਰਨਮੈਂਟ ਦਾ ਨਾਮ ਖਰਾਬ ਹੋਏਗਾ। ਮੈਨੂੰ ਲੱਗਦਾ ਗਵਰਨਮੈਂਟ ਨੇ ਬਹੁਤ ਹੀ ਸਮਾਰਟ ਮੂਵ ਕੀਤੀ ਹੈ। ਜਿਹੜੇ ਸਾਡੇ ਰਿਟਾਇਰਡ ਜੋ ਲੋਕੀ ਨੇ, ਵੇਖੋ ਰਿਟਾਇਰਮੈਂਟ ਏਜ ਤੇ ਅੰਗਰੇਜ਼ਾਂ ਦੇ ਟਾਈਮ ਦੀ ਤੈਅ ਕੀਤੀ ਹੋਈ ਹੈ। ਅੱਜ 60 ਸਾਲ ਦੀ ਉਮਰ 'ਚ ਬੰਦਾ ਐਕਟਿਵ ਹੀ ਹੁੰਦਾ ਹੈ ਤੇ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ, ਕੰਟਰੈਕਟ ਬੇਸਿਸ ਤੇ ਉਹ ਇਨਵੋਲਵ ਹੋ ਕੇ ਜੇ ਉਹ ਲੋਕਾਂ ਦਾ ਕੰਮ ਕਰ ਸਕਦੇ ਨੇ, ਉਹ ਕਰਨਗੇ, ਹੈ ਨਾ? ਬਸ ਇਹ ਵਾ ਕਿ ਵੀ ਇਮਾਨਦਾਰੀ ਨਾਲ ਕੰਮ ਹੋਵੇ। ਤੇ ਮੈਨੂੰ ਲੱਗਦਾ ਕਿ ਅਨਨੈਸੈਸਰੀ ਜਿਹੜੀਆਂ ਯੂਨੀਅਨਸ ਨੇ, ਉਹ ਉਹਨਾਂ ਨੂੰ ਇੱਕ ਬੈਲੈਂਸ ਬਣਾ ਕੇ ਚੱਲਣਾ ਪਏਗਾ। ਵੇਖੋ, ਉਹਨਾਂ ਨੇ ਆਪਣੇ EMPLOYEES ਦੇ ਹੱਕਾਂ ਨਹੀਂ ਲੜਨਾ ਹੈ, ਬਿਲਕੁਲ ਉਹਨਾਂ ਦਾ ਫਰਜ਼ ਬਣਦਾ ਹੈ, ਬਟ ਉਹਦੇ ਕਾਰਨ ਪਬਲਿਕ ਦੀ ਹਰਾਸਮੈਂਟ ਹੋਵੇ ਜਾਂ ਤੁਸੀਂ ਧਮਕੀ ਲਾਓ ਗਵਰਨਮੈਂਟ ਨੂੰ, ਉਹ ਵੀ ਬਿਲਕੁਲ ਜਾਇਜ਼ ਗੱਲ ਨਹੀਂ ਹੈ। ਤੇ ਗਵਰਨਮੈਂਟ ਨੇ ਤੇ ਦੇਖੋ ਜਨਤਾ ਨੂੰ ਕੁਝ ਚੀਜ਼ਾਂ ਡਿਲੀਵਰ ਕਰਨੀਆਂ ਨਾ, ਗਵਰਨਮੈਂਟ ਦਾ ਕੰਮ ਹੈ ਜਨਤਾ ਦੀ ਸੇਵਾ ਕਰਨਾ ਜਾਂ ਉਹਨਾਂ ਨੂੰ ਉਹ ਚੀਜ਼ਾਂ ਡਿਲੀਵਰ ਕਰਨਾ, ਤੇ ਉਹ ਕੀ ਕਰਨਗੇ? ਆਈ ਥਿੰਕ ਇਟਸ ਅ ਵੈਰੀ ਸਮਾਰਟ ਮੂਵ ਬਾਈ ਦੀ ਗਵਰਨਮੈਂਟ। ਜੀ ਸਰ, ਇਸ ਮਹਿਕਮੇ ਤੇ ਲਗਾਤਾਰ ਬੜੇ ਲੰਬੇ ਸਮੇਂ ਤੋਂ ਕਰਪਸ਼ਨ ਦੇ ਚਾਰਜਸ ਲੱਗੇ ਆ ਰਹੇ ਆ ਕਿ ਜੀ ਇਹ ਮਹਿਕਮਾ ਕਰਪਸ਼ਨ ਕਰਦਾ ਹੈ। ਤੇ ਜਦੋਂ ਗੱਲ ਆਈ ਕਿ ਆਮ ਆਦਮੀ ਪਾਰਟੀ ਨੇ ਕਰਪਸ਼ਨ ਰੋਕਣ ਦੀ ਗੱਲ ਕੀਤੀ ਹੈ, ਤਾਂ ਲੋਕਾਂ ਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਦੇ ਟੈਨਿਓਰ ਦੇ ਵਿੱਚ ਹੋ ਸਕਦਾ ਹੈ ਕਿ ਕੰਮ ਹੋਣੇ ਹੀ ਬੰਦ ਹੋ ਜਾਣ, ਕਿਉਂਕਿ ਕਰਪਸ਼ਨ ਪੰਜਾਬ ਦੇ ਵਿੱਚ ਬੰਦ ਨਹੀਂ ਹੋ ਸਕਦੀ। ਦੇਖੋ, ਇਹ ਬੜੀ ਅਫਸੋਸ ਦੀ ਗੱਲ ਹੈ ਕਿ ਅਸੀਂ ਇਹ ਸੋਚਦੇ ਹਾਂ ਕਿ ਪੰਜਾਬ ਕਰਪਸ਼ਨ ਬਿਨਾਂ ਨਹੀਂ ਚੱਲ ਸਕਦਾ, ਤੇ ਕਰਪਸ਼ਨ ਇੱਕ ਡਿਪਾਰਟਮੈਂਟ ਨਹੀਂ, ਸਾਡੀ ਸੋਸਾਇਟੀ 'ਚ ਫੈਲੀ ਹੋਈ ਹੈ। ਕੱਲ ਆਪਾਂ ਗੱਲ ਕੀਤੀ ਕਿ ਇੱਕ ਪੰਚਾਇਤ ਦਾ ਸੈਕਟਰੀ ਡਾਕਾ ਮਾਰਨ ਦੀ ਪਲੈਨਿੰਗ ਕਰਦਾ ਹੈ ਆਪਣੇ ਡਿਪਾਰਟਮੈਂਟ ਦੇ ਜੇਈ ਦੇ ਘਰ, ਉਸ ਜੇਈ ਦੇ ਘਰ 42 ਲੱਖ ਰੁਪਇਆ ਕੈਸ਼ ਨਿਕਲਦਾ ਹੈ ਅਨਅਕਾਊਂਟਡ ਫॉर। ਬਿਲਕੁਲ, ਇਹ ਸਾਡੀ ਸੋਸਾਇਟੀ ਦਾ ਹਾਲ ਹੈ। ਲਾਲਚ ਦੇ ਵਿੱਚ ਅਸੀਂ ਫਸੇ ਹੋਏ ਹਾਂ, ਡਰੱਗਸ ਦੇ ਵਿੱਚ ਅਸੀਂ ਫਸੇ ਹੋਏ ਹਾਂ। ਪੰਜਾਬ ਦਾ ਵੀ ਇੱਕ ਰੀਬੂਟ ਕਰਨ ਦੀ ਲੋੜ ਹੈ ਜੀ। ਜਿਹੜਾ ਸਾਡਾ ਕਲਚਰ ਹੈ, ਜੋ ਟਰੂ ਪੰਜਾਬੀ ਕਲਚਰ ਹੈ, ਸਾਡਾ ਕਲਚਰ ਸ਼ੋ ਆਫ ਨਹੀਂ ਹੈ ਜੋ ਅੱਜ ਬਣਾ ਦਿੱਤਾ ਗਿਆ ਹੈ। ਅੱਜ ਸਾਰੀ ਦੁਨੀਆ ਸਾਨੂੰ ਜਾਣਦੀ ਹੈ ਕਿ ਸ਼ੋ ਆਫ ਨੇ, ਐਕਸਟਰਾਵੈਗੈਂਟ ਨੇ, ਜ਼ਿਆਦਾ ਖਰਚੇ ਕਰਦੇ ਨੇ। ਸਾਡਾ ਕਲਚਰ ਹੈ ਹਿਊਮਿਲਿਟੀ, ਮਿਹਨਤ, ਰਾਈਟ, ਆਪਣੇ ਆਪ 'ਚ ਰਹਿਣਾ। ਇਹ ਸਾਨੂੰ ਸਾਡੇ ਗੁਰੂਆਂ ਨੇ, ਪੀਰਾਂ ਨੇ ਸਿਖਾਇਆ ਤੇ ਮੈਨੂੰ ਲੱਗਦਾ ਇਹ ਕਲਚਰ ਲਿਆਉਣ ਦੀ ਲੋੜ ਹੈ। ਤੇ ਕਰਪਸ਼ਨ ਤੇ ਵੇਖੋ, ਅਨਫੋਰਚੂਨੇਟਲੀ ਮੈਨੂੰ ਤੁਹਾਡੇ ਨਾਲ ਐਗਰੀ ਕਰਨਾ ਪੈ ਰਿਹਾ ਹੈ ਕਿ ਕਰਪਸ਼ਨ ਹਰ ਪਾਸੇ ਹੈਗੀ ਆ ਤੇ ਕਰਪਸ਼ਨ ਜੜੋਂ ਖਤਮ ਕਰਨੀ ਪਏਗੀ, ਰਾਈਟ? ਕਿਉਂਕਿ ਕਰਪਸ਼ਨ ਦੇ ਕਾਰਨ ਹੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਉਂਦੀ ਹੈ, ਕਰਪਸ਼ਨ ਦੇ ਕਾਰਨ ਹੀ ਡਰੱਗਸ ਦੀ ਪ੍ਰੋਬਲਮ ਆਉਂਦੀ ਹੈ, ਕਰਪਸ਼ਨ ਦੇ ਕਾਰਨ ਹੀ ਸਿਕਿਉਰਿਟੀ ਦੀ ਪ੍ਰੋਬਲਮ ਆਉਂਦੀ ਹੈ। ਇਹ ਸਾਰੀਆਂ ਚੀਜ਼ਾਂ ਦੀ ਜੜ ਕਰਪਸ਼ਨ ਹੀ ਹੈ। ਤੇ ਜਿਹੜੀਆਂ ਪਬਲਿਕ ਹੈਲਥ ਦੀਆਂ ਸਰਵਿਸਿਜ਼, ਐਜੂਕੇਸ਼ਨ ਦੀਆਂ ਸਰਵਿਸਿਜ਼ ਜੋ ਡਿਲੀਵਰ ਕਰਨੀਆਂ, ਉਹਨਾਂ ਦੀ ਕੁਆਲਿਟੀ ਕਿਉਂ ਹੁੰਦੀ ਹੈ? ਕਰਪਸ਼ਨ ਦੇ ਕਾਰਨ। ਜਦੋਂ ਲੋਕੀ ਕਰਪਸ਼ਨ ਦੇ ਨਾਲ ਨੌਕਰੀ ਜਾਣਗੇ, ਫਿਰ ਉਹ ਕਰਪਸ਼ਨ ਹੀ ਕਰਨਗੇ। ਇਹ ਅਨਫੋਰਚੂਨੇਟ ਪਾਰਟ ਹੈ ਤੇ ਇਹਦੇ ਉੱਤੇ ਸਿਰਫ ਪੰਜਾਬ ਕੀ ਪੂਰੀ ਦੇਸ਼ ਦੀ ਸਰਕਾਰ ਨੂੰ ਪੂਰਾ ਜ਼ੋਰ ਲਾਉਣ ਦੀ ਲੋੜ ਹੈ। ਬਿਲਕੁਲ ਸਰ। ਦੂਜੀ ਜ਼ਿੰਮੇਵਾਰੀ ਬਣਦੀ ਹੈ ਸਾਡੀ ਪਬਲਿਕ ਦੀ ਕਿ ਅਸੀਂ ਆਪ ਇਸ ਕਰਪਸ਼ਨ ਤੋਂ ਦੂਰ ਹਟੀਏ, ਅਸੀਂ ਆਪਣਾ ਮਨ ਸਟਰੋਂਗ ਰੱਖੀਏ ਕਿ ਨਾ ਆਪਾਂ ਕਰਪਸ਼ਨ ਕਿਸੇ ਨੂੰ ਇਨਕਰੇਜ ਕਰਨਾ, ਨਾ ਹੀ ਆਪਾਂ ਵੀ। ਸਰਕਾਰੀ ਆਦਮੀ ਵੀ ਇੱਕ ਆਮ ਆਦਮੀ ਹੈਗਾ, ਉਹ ਵੀ ਕਿਤੇ ਵਿਚਰਦਾ, ਉਹਨੂੰ ਵੀ ਕਿਤੇ ਰਿਸ਼ਵਤ ਦੇਣੀ ਪੈਂਦੀ ਹੈ, ਉਹ ਵੀ ਲੈਂਦਾ, ਤੇ ਉਹ ਲੈਣ ਦੇ ਨਹੀਂ ਅਸੀਂ ਬੰਦ ਕਰੀਏ ਤੇ ਮੈਨੂੰ ਲੱਗਦਾ ਤਾਂ ਹੀ ਕਰਪਸ਼ਨ ਦੂਰ ਹੋ ਸਕਦੀ ਹੈ। ਬਿਲਕੁਲ ਸਰ। ਇੱਕ ਸਿਕਿਉਰਿਟੀ ਦੀ ਗੱਲ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ ਪੰਜਾਬ ਦੀ, ਕਿਉਂਕਿ ਬਾਰਡਰ ਸਟੇਟ ਹੈ ਤੇ ਪੰਜਾਬ ਸਰਕਾਰ ਨੇ ਸੈਂਟਰ ਤੋਂ ਵੀ ਮਦਦ ਮੰਗੀ ਸੀ। ਤੇ ਹੁਣ ਗੱਲ ਆਈ ਕਿ ਕਿਉਂਕਿ ਹੋਮ ਮਿਨਿਸਟਰੀ CM ਕੋਲ ਹੈ, CM ਭਗਵੰਤ ਮਾਨ ਕੋਲ ਹੈ, ਤਾਂ ਨਵਜੋਤ ਕੌਰ ਸਿੱਧੂ ਨੇ ਇੱਕ ਸਵਾਲ ਚੱਕਿਆ। ਉਹਨਾਂ ਨੇ ਇੱਕ ਮੰਗ ਕੀਤੀ ਹੈ ਕਿ ਕੁੰਵਰ ਵਿਜੇ ਪ੍ਰਤਾਪ, ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੈ ਪੁਲਿਸਿੰਗ ਦਾ, ਤੇ ਉਹਨਾਂ ਦਾ ਐਕਸਪੀਰੀਅੰਸ ਯੂਜ਼ ਕੀਤਾ ਜਾਵੇ, ਉਹਨਾਂ ਨੂੰ ਹੋਮ ਮਿਨਿਸਟਰੀ ਦਿੱਤੀ ਜਾਵੇ। ਦੇਖੋ, ਇਟਸ ਨਾਟ ਅ ਬੈਡ ਆਈਡੀਆ। ਆਪਾਂ ਤੁਹਾਨੂੰ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਬਾਅਦ ਵੀ ਕਿਹਾ ਸੀ ਕਿ ਹੀ ਇਜ਼ ਅ ਵੈਰੀ ਕੈਪੇਬਲ ਪਰਸਨ ਜੀ। ਅਗੇਨ ਭਗਵੰਤ ਮਾਨ ਜੀ ਤੇ ਆਮ ਆਦਮੀ ਪਾਰਟੀ ਦੀ ਕਾਲ ਹੈ, ਬਟ ਹੀ ਕੁਡ ਬੀ ਅ ਗੁੱਡ ਅਸੈਟ। ਦੇਖੋ, ਤੁਹਾਡੀ ਪਾਰਟੀ ਦੇ ਲੀਡਰ ਨੇ, ਉਹ ਜਿੱਤ ਕੇ ਆਏ ਨੇ, ਉਹਨਾਂ ਦੀ ਇੱਕ ਰੈਪੂਟੇਸ਼ਨ ਹੈ, ਉਹਨਾਂ ਦਾ ਇੱਕ ਐਕਸਪੀਰੀਅੰਸ ਹੈ ਜੀ। ਉਹਨਾਂ ਨੇ ਜਦੋਂ ਐਜ਼ ਅ ਪੁਲਿਸ ਆਫਿਸਰ ਜਿਹੜੀ ਸਿਟੀਜ਼ 'ਚ ਕੰਮ ਕੀਤਾ, ਉੱਥੇ ਡਿਸਿਪਲਿਨ ਲਿਆਂਦਾ ਤੇ ਉੱਥੇ ਲਾਅ ਐਂਡ ਆਰਡਰ ਨੂੰ ਬੈਟਰ ਕੀਤਾ। ਇਹ ਉਹਨਾਂ ਦਾ ਟਰੈਕ ਰਿਕਾਰਡ ਬੋਲਦਾ ਹੈ। ਹੁਣ ਜਿਹੜਾ ਬੰਦਾ, ਹੁਣ ਤੁਸੀਂ ਪੁਰਾਣੇ ਪਟਵਾਰੀ ਕਿਉਂ ਹਾਇਰ ਕਰਦੇ ਪਏ ਹੋ? ਰਿਟਾਇਰਡ ਪਟਵਾਰੀ ਇਸੇ ਕਰਕੇ ਹਾਇਰ ਕਰਕੇ ਉਹਨਾਂ ਨੂੰ ਸਾਰਾ ਸਿਸਟਮ ਪਤਾ ਹੈ। ਪਹਿਲੇ ਦਿਨ ਹਾਇਰ ਹੋਣਗੇ, ਪਹਿਲੇ ਦਿਨ ਤੋਂ ਆਪਣਾ ਕੰਮ ਸਾਂਭ ਲੈਣਗੇ, ਉਹਨਾਂ ਨੂੰ 6 ਮਹੀਨੇ ਦੀ ਟ੍ਰੇਨਿੰਗ ਦੇਣ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਹੀ ਕੁੰਵਰ ਪ੍ਰਤਾਪ ਜੀ ਨੇ, he understands police system, he understands law and order, he understands the loopholes ਜੀ। ਜੇ ਤੁਸੀਂ ਉਹਨਾਂ ਨੂੰ ਕੰਮ ਦੋਗੇ,
राइट, ही विल बी अ गुड ਅਸੈਟ ਟੂ ਦੀ ਆਮ ਆਦਮੀ ਪਾਰਟੀ, ਉਹ ਆਮ ਆਦਮੀ ਪਾਰਟੀ ਦਾ ਨਾਮ ਰੋਸ਼ਨ ਹੀ ਕਰਨਗੇ। ਬਿਲਕੁਲ ਰਾਈਟ, ਤੇ ਜੇ ਤੁਸੀਂ ਜੈਨੂਇਨਲੀ ਜੇ ਗਵਰਨਮੈਂਟ ਦਾ ਇਰਾਦਾ ਹੈਗਾ ਕੁਇਕਲੀ ਲਾਅ ਐਂਡ ਆਰਡਰ ਨੂੰ ਤੇ ਸਾਰੀਆਂ ਡਰਗ ਪ੍ਰੋਬਲਮ ਨੂੰ ਖਤਮ ਕਰਨ ਦਾ, ਤੇ ਕੁੰਵਰ ਪ੍ਰਤਾਪ ਜੀ ਨੂੰ ਜੇ ਤੁਸੀਂ ਆਪਣੀ ਪਾਰਟੀ ਸ਼ਾਮਿਲ ਕੀਤਾ ਹੈ ਤਾਂ ਉਹਨਾਂ ਦੀ ਐਕਸਪਰਟਾਈਜ਼ ਐਜ਼ ਅ ਹੋਮ ਡਿਪਾਰਟਮੈਂਟ ਦੇ ਇੰਚਾਰਜ ਜਾਂ ਹੋਮ ਮਿਨਿਸਟਰ ਵਧੀਆ ਹੋ ਸਕਦੀ ਹੈ। ਹਜੇ ਤੁਸੀਂ 7 ਮਿਨਿਸਟਰ ਰੱਖ ਸਕਦੇ ਹੋ ਜੀ, ਠੀਕ ਹੈ ਨਾ, ਤੇ ਕਾਬਿਲ ਬੰਦਿਆਂ ਨੂੰ ਤੁਸੀਂ ਲਿਆਓ ਤਾਂ ਕਿ ਜਿਹੜੇ ਪੰਜਾਬ ਦੇ ਲਈ ਵਧੀਆ ਕੰਮ ਕਰ ਪਾਣ। बिल्कुल सर। यूनियन मिनिस्टर हैं अनुराग ठाकुर जी, वो कैंस फिल्म फेस्टिवल में गए और उन्होंने वहाँ पे इंटरनेशनल फिल्म्स के लिए ऑफ़र किया, उनको इंसेंटिवाइज करने की बात की कि अगर आप इंडिया में आके शूट करते हैं तो आपको इंसेंटिवाइज किया जाएगा। देखो अब काफ़ी लोग इस बात को थोड़ा सा मैं इसको गहराई से समझाना चाहता हूँ जी कि अब इंडियन गवर्नमेंट क्या कर रही है। कोई भी पावर जो ग्लोबली राइज करती है या जिसने अपने लोगों को एक ग्लोबल राइज देना है, उसको अपनी सॉफ्ट पावर भी बढ़ानी पड़ती है। जी, आई एम वेरी हैप्पी कि हमारे इंफॉर्मेशन एंड ब्रॉडकास्टिंग मिनिस्टर कांस फिल्म फेस्टिवल पे गए हैं और जब फॉरेन जो मूवीज़ हैं वो जब इंडिया में शूट करें, वो इंडिया का एक पॉजिटिव मैसेज पूरी दुनिया में लेके जाएं। इस तरह से हमारी सॉफ्ट पावर दुनिया में बढ़ेगी। कोई भी कंट्री सिर्फ मिलिट्री माइट से, एक इकोनॉमिक माइट से वर्ल्ड पावर नहीं बन सकती। सॉफ्ट पावर इज़ इम्पॉर्टेंट, और ये जो करंट इंडियन गवर्नमेंट है ये इस चीज़ को बहुत अच्छे तरीके से समझती है और बहुत अच्छे तरीके से इम्प्लीमेंट भी कर रही है। आज देखिए इंडिया रशिया से मिसाइल ले रहा है जी, यूएस उसके बारे में कुछ नहीं कर पा रहा है जी, बिकॉज इंडिया हैज़ दैट इन्फ्लुएंस अक्रॉस द ग्लोब। जी, इंडिया ने अपनी इंडिपेंडेंट फॉरेन पॉलिसी रखी है क्योंकि इंडिया की आज एक सॉफ्ट पावर है। जी, तो ये आपको ये जो सॉफ्ट पावर है, इस तरह के डिसीजन आपको कैपेबिलिटी देते हैं कि आप अपनी सॉवरेनिटी और अपनी इंडिपेंडेंट डिसीजन ले पाएं और आपका इन्फ्लुएंस बढ़ाते हैं। जब इंडिया ज़्यादा विजिबल होगा थ्रू दोज मूवीज़, थ्रू दोज ग्लोबल मूवीज़, तो अपने आप इंडिया लोगों की ट्रैवल के दिमाग में भी आएगा, इससे टूरिज्म को बढ़ावा मिलेगा। बिल्कुल। इंडिया जब लोगों की माइंड स्पेस ऑक्यूपाई करेगा तो वो यहाँ की अपॉर्चुनिटीज़ उनके सामने आएंगी। आज कितने इन्वेस्टर होंगे जिनके सामने इंडिया आया ही ना हो कभी, उन्होंने कहीं और इन्वेस्ट किया हो, पर जब उनको पता चलेगा इंडिया इज़ वन ऑप्शन तो वो इंडिया में काम कर सकते हैं। बिल्कुल। तो ये बड़े अच्छे इनिशिएटिव्स हैं और गवर्नमेंट को ऐसे इनिशिएटिव्स करते रहना चाहिए। सर इकोनॉमिक ग्रोथ की बात करते हैं तो आरबीआई ने इकोनॉमिक ग्रोथ प्रोजेक्शन है जो उसमें थोड़ी कमी लाई है सर, 7.8 से 7.2 हो गया। अमन, ये थोड़ी नहीं है, बहुत बड़ी कटौती है। 0.6% इज़ अ ह्यूज कट, पर अनफॉर्चुनेटली इस वक्त ग्लोबल सिचुएशन ही ऐसी है जी। और ये थोड़ा पेसिमिस्टिक साउंड करेगा, पर इस वक्त हम इन्फ्लेशन जी, एक तरफ इन्फ्लेशन बढ़ रही है और दूसरी तरफ ग्रोथ कम हो रही है जी। ये रिसेशन की रेसिपी है। फ्यूचर में रिसेशन आने की, एक ग्लोबल रिसेशन आने का खतरा बनता है इससे कि एक तरफ महंगाई बढ़ रही है, दूसरी तरफ प्रोडक्शन भी कम हो रही है जी, राइट, बिकॉज ऑफ द सप्लाई चेन लिमिटेशन। और उसके ऊपर हो क्या रहा है, वेस्टर्न कंट्रीज, नेटो, रशिया, ये लड़ाई को आगे बढ़ाने के मूड में है जी। इससे पूरी दुनिया स्पेशली जो डेवलपिंग कंट्रीज है उन पे इन्फ्लेशन प्रेशर, ग्रोथ प्रेशर्स आ रहे हैं आज। जो मैं हमेशा बोलता हूँ, जो वेस्टर्न इंपीरियलिज्म है जी, ये है उसका कॉस्ट जो हम लोग भर रहे हैं। जी। इंडिया की ग्रोथ कट इंडिया की पॉलिसीज की वजह से या इंडिया की लैक ऑफ कैपेबिलिटी की वजह से नहीं हुई है। जी। इंडिया का ये ग्रोथ कट हुआ है क्योंकि जो डिसीजन यूएसए ले रहा है, रशिया ले रहा है, जर्मनी ले रहा है और यूके ले रहा है, और फिर उसके ऊपर वो उनकी ये मजाल है कि वो हमें कहते हैं कि भाई आप भी हमारे साथ चलो या आप डेमोक्रेसी का साथ नहीं दे रहे हो। जी। इंडिया शुड बी लॉयल टू इट्स ओन पीपल। जी। हमारा काम सबसे पहले अपने लोगों की तरफ है। सो वी हैव टू फॉलो आवर इंडिपेंडेंट पॉलिसी। वी कांट वरी अबाउट कि वट यूएसए इज थिंकिंग या उनके लोगों पे क्या असर आया। सो इंडिया शुड बी फर्स्ट। और आज आई कॉन्ग्रेचुलेट इंडियन फॉरेन मिनिस्टर, इंडियन प्राइम मिनिस्टर कि उन्होंने आज इंडिया फर्स्ट पॉलिसी रखी है। जी। हम बात करते हैं कि रुपी डेप्रिशिएट हुआ है यूएस के मुकाबले, पर ग्लोबली सारी करेंसीज हुई हैं और हमारा जो डेप्रिशिएशन परसेंटेज है वो रिलेटिवली सबसे कम है। जी। येन, युआन, ये सारे डॉलर के अगेंस्ट डेप्रिशिएट हुए हैं और बहुत ज़्यादा परसेंटेज में हुए हैं। इसका कारण ये है कि हमने इंडिया फर्स्ट पॉलिसी रखी हुई है। जी। हम अगर रशिया से ऑयल सस्ता मिल रहा है तो हम अपने लोगों के लिए सस्ता ऑयल लेंगे। जी। अगर हमें डिफेंस के लिए अगर रशिया से मिसाइल लेनी है तो हम लेंगे, राइट। अगर रशिया ये कल को बोले कि आप यूएस से डील ना करो, हम वो भी बात नहीं सुनने वाले। अगर ये चाइना ये कहेगा हमसे बिजनेस करते रहो पर हम वहाँ पे बॉर्डर पे अपने ट्रूप्स बढ़ाते रहेंगे, तो इंडिया वो भी नहीं करने वाला है। जी। अगर चिप्स की कमी आई है तो इंडिया में चिप्स मैन्युफैक्चरिंग पे एक मेजर फोकस शुरू हो चुका है। गवर्नमेंट ने बड़ी जल्दी एक्शन लाया है। इसकी ऑफकोर्स एक जेस्टेशन पीरियड होता है। जी। तो मेरे को लगता है कि आज इंडिया सारी दुनिया को ये मैसेज दे रहा है कि इट इज़ इंडिया फर्स्ट पॉलिसी, और इंडिया फर्स्ट पॉलिसी अकोमोडेटिव है।
जी। इंडिया फर्स्ट पॉलिसी एक्सप्लॉयटेशन में बिलीव नहीं करती जो वेस्टर्न इंपीरियलिज्म करती है। जी। तो आई होप नॉट जस्ट एज एन इंडियन, एज अ ग्लोबल सिटीजन, आई होप दैट इंडिया राइजेस एज अ सुपर पावर, बिकॉज इट विल बी अ बेटर वर्ल्ड, विल बी अ बेटर प्लेस आफ्टर दैट। सर अभी रशियन मिसाइल की बात हुई, और कोई भी देश अगर S-400 रशियन मिसाइल जो लेता है तो उस पर यूएस सैंक्शंस लगाता है, तो क्या इंडिया को भी इसका खतरा है? देखो, मजाल नहीं है यूएस में कि वो इंडिया पे सेक्शन लगा पाए। वी हैव टेकन दोस मिसाइल्स बिकॉज हमारी आज जो सिक्योरिटी सिचुएशन है, मैं हमेशा अभी हमने बोला कि इंडिया इज अलाइव टू इट्स ओन सिचुएशन, इट्स ओन सिक्योरिटी, जो सिचुएशन हमारी, हमें उसके अलाइव रहना है। वी आर सराउंडेड बाय हॉस्टाइल नेबर्स। चाइना ने तो पूरी दुनिया में आग लगा रखी है और हमारे बॉर्डर पे बैठा है, राइट। पाकिस्तान इज अ नोन सोर्स ऑफ मिलिटेंसी अक्रॉस द ग्लोब। तो इंडिया क्यों ना अपना डिफेंस पहले सोचे, और इंडिया अपनी भी हाइपरसोनिक, सुपरसोनिक मिसाइल्स और डिफेंस कैपेबिलिटीज इंडिजीनियसली भी बिल्ड कर रहा है। आज यूएसए को इंडिया की जरूरत है। अगर उन्होंने यहाँ पे एक स्टेबल इंडो पैसिफिक रीजन रखना है तो यूएस कैन नॉट डू इट विदाउट इंडिया। India can do without US also. India can, have other alternatives. India अपनी domestic consumption बढ़ा सकता है, domestic capabilities बढ़ा सकता है। तो मेरे को लगता नहीं है कि इंडिया, जब ईरान पे sanctions लगे, इंडिया ने तो भी वहाँ से ऑयल लिया, राइट। आपने रशिया पे सैंक्शन, इंडिया वहाँ से भी ले रहा है। तो मेरे को लगता है कि इंडिया हैज रियलाइज्ड इट्स ओन पावर एंड प्राइड। So and India is following, as I said earlier, an India first policy, और that is the biggest strength. आज अनलाइक पाकिस्तान, हमें किसी और देश को इम्प्रेस नहीं करना है जी। आज इंडियन गवर्नमेंट को सिर्फ इंडियंस को इम्प्रेस करना है। और वही चीज़ है जो आप ये जो ग्रोथ देख रहे हैं, आप कंपेयर करिए, अगर डाटा आप कंपेयर करेंगे बाकी डेवलपिंग कंट्री से और मेजर इकोनॉमी से, वी आर बीइंग अ वेरी रोबस्ट इकोनॉमी। पर हम ग्लोबली जुड़े हुए हैं, इम्पैक्ट तो हम पे आना ही है, राइट। बट एट द सेम टाइम द पॉलिसीज ऑफ आत्मनिर्भरता, पॉलिसी ऑफ इंडिजीनियस सेल्फ रिलायंस इन वेपन्स एंड सिक्योरिटी, बॉर्डर इंफ्रास्ट्रक्चर के लिए जो हमने काम किया पिछले कुछ सालों में, क्योंकि हमारे बॉर्डर्स आर इनसिक्योर, बिल्कुल। तो उसकी स्ट्रेंथ बढ़ाने के लिए जो चीज़ें हुई हैं वो देश को लॉन्ग टर्म के लिए प्रॉस्पेरिटी की तरफ लेके जाएंगी। सर स्वीडन और फिनलैंड ने नाटो ज्वाइन करने की बात की, और उसके बाद अब जर्मनी हेल्प कर रहा है यूक्रेन को। देखो, जर्मनी तो काफ़ी देर से कर रहा है, अब उन्होंने कुछ टैंक भेजे हैं जो उनके पुराने रशियन टैंक थे, क्योंकि यूक्रेन फेमिलियर है। देखो, ये सबसे बड़ा चैलेंज है इस वक्त दुनिया का, लड़ाई खत्म करनी है कि बढ़ानी है, दैट इज द क्वेश्चन, राइट। जब तक आप पुतिन को एक ऑनरेबल एग्जिट नहीं दोगे, ये लड़ाई खत्म होने वाली नहीं। आप पुतिन के लिए एक ऑप्शन छोड़ो कि जहां पे वो अपना सिर उठा के उस वॉर से एक क्रेडिबिलिटी के साथ निकल पाए, क्योंकि उसको तो अगले इलेक्शन लड़ने जी, उसका माइंडसेट सबको पता है। पुतिन अपनी डोमेस्टिक मार्केट में कभी अपने आप को वीक नहीं दिखाएगा या फेलियर के साथ नहीं वापस दिखाएगा, क्योंकि वो अगला इलेक्शन ही हार जाएगा। तो इसलिए इसके लिए अगर लड़ाई खत्म करनी है, बट अगर लेट्स से यूएसए इससे बेनिफिट हो रहा है, वेस्टर्न इकोनॉमी, और जर्मनी की तो इंडिपेंडेंट पॉलिसी है नहीं, वो तो जो यूएस कहता है वो करता है जी, ठीक है ना। तो अगर यूएस इससे बेनिफिट हो रहा है, उसका डॉलर स्ट्रांग हो रहा है, वो लड़ाई क्यों रोकेगा? तो देखो, जब अगर आप किसी को भेज रहे हो किसी चीज को खत्म करने के लिए या मीडिएट करने के लिए, जब उसका फायदा उस लड़ाई को बढ़ाने में है, तो वो लड़ाई कैसे रुकेगी जी। तो अनफॉर्चुनेटली ये सिचुएशन हो गई है। और फिनलैंड, स्वीडन जैसे जो छोटे देश हैं, जिन्होंने अभी तक एक न्यूट्रलिटी, जो अपने वेलफेयर स्टेट के लिए जाने जाते हैं, उन्होंने अपने लोगों की सिक्योरिटी तो सोचनी है। आज उनको भी डर है। एक तरफ नेटो कह रहा है कि आ जाओ, वरना रशिया ये करेगा जो उसने कर दिया है, और रशिया कह रहा है अगर आपने किया तो मैं ये अटैक करूंगा। तो उनके लिए तो एक कैच-22 सिचुएशन है ना, कि दोनों तरफ दो बड़े बड़े देश हैं, जिन्होंने अपना पूरी दुनिया में वर्चस्व कायम करना है, और बाकी देशों को उन्होंने उसके अंदर प्यादा बना रखा है, वो उनको टूल की तरह यूज कर रहे हैं। और इसमें होता क्या, उस देश की पॉपुलेशन, उस देश पे असर होता है। आज देखो, अमेरिका तो 7,000 माइल दूर बैठा हुआ है जी, 10-12 हज़ार किलोमीटर दूर बैठा है उस लड़ाई से। बिल्कुल। यूरोपियन कंट्रीज की इकोनॉमी पे क्या असर नहीं हो रहा? क्या वहाँ पे टूरिज्म कम नहीं हुई होगी? क्या वहाँ पे इन्वेस्टमेंट, क्या वहाँ पे एनर्जी क्राइसिस नहीं है? वहाँ पे भी महंगाई बढ़ रही है और डॉलर स्ट्रांग हो रहा है। तो मेरे को लगता है कि आज जो सबसे बड़ी प्रॉब्लम है, जो यूरोप की यूएसए पे डिपेंडेंसी और उनकी पूरी फॉरेन पॉलिसी, ऐसे लगता है जैसे प्रैक्टिकली यूएसए ही बन के आती है जी। तो जब तक यूरोप इंडिपेंडेंट स्टांस नहीं लेगा अपने नेबरहुड के लिए, खुद इंडिपेंडेंटली विदाउट कंसिडरिंग यूएसए नहीं सोचेगा, तब तक पूरी दुनिया में ऐसी चीजें होती रहेंगी, वॉलेटिलिटी बनी रहेगी, जिसका खामियाजा पुअर कंट्रीज और उन कंट्रीज में भी जो पुअर लोग हैं वो भुगतेंगे। थैंक यू सर, इस तरह के इंसाइट से दिमाग खुला थोड़ा, और कुछ नया सीखने को मिला। इस तरह की और मीनिंगफुल डिस्कशंस के लिए देखते रहिए पंजाब टुडे।